ਸਤਿ ਸ਼੍ਰੀ ਅਕਾਲ ਟੂ ਆਲ ਮਾਈ ਵਿਊਅਰਸ। ਸੋ ਬੇਸਿਕਲੀ ਇਸ ਵੀਡੀਓ ਵਿੱਚ ਮੈਂ ਦੱਸਾਂਗਾ ਕਿ ਕਿਹੜੀਆਂ ਚੀਜ਼ਾਂ ਤੁਸੀਂ ਐਜ਼ ਅ ਬਿਗਨਰ ਆਪਣੇ ਦਿਮਾਗ 'ਚ ਰੱਖੋਗੇ ਸਟਾਕ ਮਾਰਕੀਟ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ। ਸੋ ਅਗਰ ਤੁਸੀਂ ਆਲਰੇਡੀ ਸਟਾਕ ਮਾਰਕੀਟ ਦੇ ਵਿੱਚ ਹੈਗੇ ਹੋ ਤਾਂ ਤੁਹਾਨੂੰ ਕਾਫੀ ਚੀਜ਼ਾਂ ਦਾ ਪਤਾ ਹੈ, ਤਾਂ ਬੇਸਿਕਲੀ ਤੁਸੀਂ ਇਹ ਵੀਡੀਓ ਸਕਿਪ ਵੀ ਕਰ ਸਕਦੇ ਹੋ। ਬਟ ਜਿਹੜੇ ਬਿਗਨਰਸ ਨੇ, ਜਿਹੜੇ ਹਾਲੀ 18+ ਹੋਏ ਨੇ ਜਾਂ 19+ ਹੋਏ ਨੇ, ਜਿਹੜੇ ਸਟਾਕ ਮਾਰਕੀਟ ਨੂੰ ਲੈ ਕੇ ਕਾਫੀ ਜ਼ਿਆਦਾ ਅਗਰੈਸਿਵ ਨੇ ਤੇ ਉਹ ਚਾਹੁੰਦੇ ਨੇ ਇਸ ਚੀਜ਼ ਦੇ ਵਿੱਚ ਆਪਣਾ ਫਿਊਚਰ ਬਣਾਉਣਾ ਜਾਂ ਆਪਣੇ ਆਪ ਨੂੰ ਕੁਝ ਗਲਤੀਆਂ ਤੋਂ ਬਚਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਆ ਵੀਡੀਓ ਮੈਂ ਸਪੈਸ਼ਲੀ ਰਿਕਾਰਡ ਕਰ ਰਿਹਾ। ਸੋ ਮੇਕ ਸ਼ੋਰ ਤੁਸੀਂ ਆ ਵੀਡੀਓ ਪੂਰੀ ਦੇਖੋ, ਕਿਉਂਕਿ ਇਸ ਵੀਡੀਓ ਦੇ ਵਿੱਚ ਕੁਝ ਚੀਜ਼ਾਂ ਮੈਂ ਦੱਸਾਂਗਾ ਜਿਹੜੇ ਨਿਊਬੀਜ਼ ਜ਼ਰੂਰ ਕਰਦੇ ਨੇ ਐਂਡ ਆ ਗਲਤੀਆਂ ਤੁਸੀਂ ਕਰਨ ਤੋਂ ਬਚੋ। ਸੋ ਕਿਤੇ ਨਾ ਕਿਤੇ ਇਹ ਗਲਤੀਆਂ ਮੈਂ ਵੀ ਕੀਤੀਆਂ ਸੀ ਤੇ ਆਈ ਰੀਅਲੀ ਡੋਂਟ ਵਾਂਟ ਕਿ ਜਿਹੜੇ ਬਿਗਨਰਸ ਨੇ ਉਹ ਇਹ ਗਲਤੀਆਂ ਕਰਨ। ਸੋ ਲੈਟਸ ਸਟਾਰਟ। ਸੋ ਫਰਸਟ ਥਿੰਗ ਫਰਸਟ, ਬਿਫੋਰ ਐਂਟਰਿੰਗ ਇਨਟੂ ਦ ਸਟਾਕ ਮਾਰਕੀਟ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਬ੍ਰੋਕਰੇਜ ਅਕਾਊਂਟ ਖੁਲਾਉਣਾ ਪੈਂਦਾ ਹੈ। ਸੋ ਐਸ ਫਾਰ ਜਿਵੇਂ ਮੈਂ ਕੈਨੇਡਾ ਦੇ ਵਿੱਚ ਹਾਂ, ਇੱਥੇ ਮੇਰਾ ਪਰਸਨਲ ਫੇਵਰੇਟ ਬ੍ਰੋਕਰੇਜ ਅਕਾਊਂਟ ਜਿਹੜਾ ਮੈਂ ਯੂਜ਼ ਕਰ ਰਿਹਾ ਉਹ ਵੈਲ ਸਿੰਪਲ ਟ੍ਰੇਡ ਹੈ। ਇੰਡੀਆ ਦੇ ਵਿੱਚ ਡਿਫਰੈਂਟ ਨੇ, ਕਾਫੀ ਸਾਰੇ ਬ੍ਰੋਕਰੇਜ ਅਕਾਊਂਟਸ ਨੇ, ਆਸਟ੍ਰੇਲੀਆ ਵਗੈਰਾ ਜਿੱਥੇ ਵੀ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਆ, ਆਪਣੇ ਪੰਜਾਬੀ ਭੈਣ ਭਰਾ ਨੇ, ਉਹ ਉਸ ਕੰਟਰੀ ਦੇ ਅਕੋਰਡਿੰਗ ਬ੍ਰੋਕਰੇਜ ਅਕਾਊਂਟ ਯੂਜ਼ ਕਰ ਸਕਦੇ ਨੇ। ਬਟ ਮਾਈ ਫੇਵਰੇਟ ਕੈਨੇਡਾ ਦੇ ਵਿੱਚ ਵੈਲ ਸਿੰਪਲ ਟ੍ਰੇਡ ਹੈ। ਸੋ ਆਫਟਰ ਸੈਟਿੰਗ yourself up with the brokerage account, the next thing is how much investment you should make into the stock market. So basically आ क्या गया है कि an ideal investor should invest 10 to 20% of their income every month. So 10 to 20% ਕਿਵੇਂ ਹੋ ਸਕਦਾ ਹੈ? Like ਅਗਰ ਤੁਸੀਂ ਇੱਕ particular amount as a salary earn ਕਰਦੇ ਹੋ ਇੱਕ month ਦੇ ਵਿੱਚ, ਸੋ ਫਾਰ ਇਹ $1000 ਜਾਂ 50,000 ਰੁਪਏ ਜਾਂ ਲੱਖ ਰੁਪਏ ਕੁਛ ਵੀ ਹੋ ਸਕਦੀ ਹੈ, ਤੇ ਉਹਦੇ ਵਿੱਚੋਂ ਤੁਹਾਨੂੰ 10 to 20% ਆਪਣਾ ਅਸਾਈਡ ਰੱਖਣਾ ਪੈਂਦਾ ਹੈ, ਕਟਿੰਗ ਆਫਟਰ ਯੋਰ ਐਕਸਪੈਂਸਿਸ, ਕਟਿੰਗ ਆਫਟਰ ਯੋਰ ਔਰ ਗਰੋਸਰੀ ਸਟਾਫ, ਸਾਰੀ ਚੀਜ਼ਾਂ ਨੂੰ ਅਸਾਈਡ ਕਰਕੇ ਜਿਹੜਾ 10 to 20% ਬਚਦਾ ਹੈ, ਦੈਟਸ ਵਾਟ ਦ ਆਈਡੀਅਲ ਪਰਸੈਂਟ ਇਜ਼। ਇਨ ਕੇਸ ਅਗਰ ਤੁਸੀਂ 10 to 20% ਆਪਣੇ ਸਟਾਕ ਦੇ ਵਿੱਚ ਨਹੀਂ ਇਨਵੈਸਟ ਕਰ ਪਾ ਰਹੇ ਆਊਟ ਆਫ ਯੋਰ ਆਲ ਐਕਸਪੈਂਸਿਸ, ਲਾਈਕ ਆਊਟ ਆਫ ਯੋਰ ਆਲ ਅਰਨਿੰਗਸ, ਸੋ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਖਰਚੇ ਘੱਟ ਕਰਨ ਦੀ ਲੋੜ ਹੈ ਜਾਂ ਫਿਰ ਤੁਹਾਨੂੰ ਆਪਣੀ ਅਰਨਿੰਗ ਵਧਾਉਣੀ ਪਏਗੀ। ਸੋ ਦ ਥਰਡ ਥਿੰਗ ਇਜ਼ ਯੂ ਸ਼ੁਡ ਆਲਵੇਜ਼ ਹੈਵ ਅ ਰੀਜ਼ਨ ਬਿਫੋਰ ਐਂਟਰਿੰਗ ਇਨਟੂ ਦ ਸਟਾਕ ਮਾਰਕੀਟ। ਸੋ ਵਾਈ ਸ਼ੁਡ ਵੀ ਹੈਵ ਅ ਰੀਜ਼ਨ? ਸੋ ਬੇਸਿਕਲੀ ਰੀਜ਼ਨ ਦੀ ਵੈਲਿਊ ਇਹ ਹੁੰਦੀ ਹੈ ਕਿ ਫॉर ਹਾਊ ਲੌਂਗ ਯੂ ਵਿਲ ਬੀ ਇਨਵੈਸਟਿੰਗ ਇਨਟੂ ਦ ਸਟਾਕ ਮਾਰਕੀਟ। ਅਗਰ ਤੁਸੀਂ ਕੋਈ ਘਰ ਲੈਣਾ ਚਾਹੁੰਦੇ ਹੋ, ਸੋ ਯੂ ਵਿਲ ਬੀ ਥਿੰਕਿੰਗ ਕਿ ਹਨਾ ਮੈਂ 10 ਸਾਲਾਂ ਤੱਕ ਇੱਕ ਘਰ ਲੈਣਾ ਹੈ ਤੇ ਮੈਂ ਉਦੋਂ ਤੱਕ ਸਟਾਕ ਦੇ ਵਿੱਚ ਇਨਵੈਸਟ ਕਰਾਂਗੇ, ਤੇ ਜਦੋਂ ਮੇਰਾ ਘਰ ਲੈਣ ਦਾ 10 ਸਾਲ ਹੋ ਜਾਣਗੇ, ਆਈ ਮੀਨ ਮੇਰਾ ਪੀਰੀਅਡ ਆ ਜਾਏਗਾ ਘਰ ਲੈਣ ਦਾ, ਉਦੋਂ ਫਿਰ ਮੈਂ ਵਿਡਰਾਅ ਕਰਾਂਗਾ। ਸੋ ਦੇਰ ਆਰ ਸਮ ਥਿੰਗਸ ਲਾਈਕ ਅਗਰ ਯੂ ਵਾਂਟ ਟੂ ਬਾਈ ਅ ਕੂਲ whip, ਰਾਈਟ, 5 ਸਾਲਾਂ ਤੱਕ ਮੈਂ ਬਹੁਤ ਸੋਹਣੀ ਗੱਡੀ ਜਾਂ ਘੈਂਟ ਗੱਡੀ ਲੈਣੀ ਚਾਹੁੰਦਾ ਵਾਂ, ਉਦੋਂ ਤੱਕ ਮੈਂ ਇਨਵੈਸਟਮੈਂਟ ਕਰਨੀ ਚਾਹੁੰਦਾ ਵਾਂ। There are some reasons like ਕੁਛ ਲੋਕੀ ਚਾਹੁੰਦੇ ਨੇ ਕਿ they just want to have a good flow of income, so that's why they also invest into the stock market. ਹਰ ਇਨਸਾਨ ਦੇ ਅਲੱਗ-ਅਲੱਗ ਰੀਜ਼ਨ ਹੁੰਦੇ ਨੇ। ਇੱਕ ਰੀਜ਼ਨ ਡਿਫਾਈਨ ਕਰਦੇ ਨੇ ਕਿ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਆਪਣੇ ਫਿਊਚਰ ਗੋਲਸ ਦੇ ਨਾਲ ਕਿਵੇਂ ਪੈਰਲਲ ਲੈ ਕੇ ਜਾਓਗੇ। ਸੋ ਇਹ ਕਾਫੀ ਵਧੀਆ ਹੈਲਪ ਕਰਦੇ ਨੇ ਕਿ ਤੁਸੀਂ ਆਪਣੀ ਇਨਵੈਸਟਮੈਂਟ ਅਮਾਉਂਟ ਨੂੰ ਉਸ ਅਮਾਉਂਟ ਨੂੰ ਉਹਦੀ ਮੈਚੋਰਿਟੀ ਪੀਰੀਅਡ ਤੋਂ ਪਹਿਲਾਂ ਵਿਡਰਾਅ ਨਾ ਕਰ ਸਕੋ। ਤੁਹਾਡੇ ਕੋਲ ਇੱਕ ਪਾਰਟਿਕੂਲਰ ਰੀਜ਼ਨ ਹੋਵੇ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਦਾ। ਜਦੋਂ ਹੁਣ ਤੁਹਾਡੇ ਕੋਲ ਰੀਜ਼ਨ ਐਂਡ ਤੁਹਾਡੇ ਕੋਲ ਬਜਟ ਸੈਟਅਪ ਹੈਗਾ ਹੈ ਟੂ ਇਨਵੈਸਟ ਇਨਟੂ ਦ ਸਟਾਕ ਮਾਰਕੀਟ, ਤੇ ਵਾਟ ਇਜ਼ ਦ ਨੈਕਸਟ ਸਟੈਪ? ਜਿੱਥੇ ਕਾਫੀ ਲੋਕ ਗਲਤੀਆਂ ਕਰਦੇ ਨੇ ਉਹ ਇਹ ਆ ਕਿ ਉਹ ਆਪਣੇ 20-20% ਜਿੰਨੀ ਉਹਨਾਂ ਨੇ ਆਪਣੀ ਇਨਵੈਸਟਮੈਂਟ ਦੀ ਵੈਲਿਊ ਆਪਣੇ ਕੋਲ ਬਣਾ ਕੇ ਰੱਖੀ ਹੈ, ਦੇ ਆਲਵੇਜ਼ ਪੁੱਟ ਇਨਟੂ ਦੀ ਵਨ ਸਟਾਕ। ਇਹ ਗਲਤੀ ਹਮੇਸ਼ਾ ਮੋਸਟ ਆਫ ਦ ਪੀਪਲ ਐਜ਼ ਅ ਬਿਗਨਰ ਜ਼ਰੂਰ ਕਰਦੇ ਨੇ। ਸੋ ਇਹ ਗਲਤੀ ਤੁਸੀਂ ਕਦੇ ਨਾ ਕਰੋ। ਸੋ according to me, you should always have a diversification of portfolio. So what does a diversification mean? So basically diversification ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੇ ਜਿੰਨੀ ਵੀ 10 to 20% ਆਪਣੀ ਇੱਕ ਇਨਵੈਸਟਮੈਂਟ ਵੈਲਿਊ ਰੱਖੀ ਹੋਈ ਹੈ, ਤੁਸੀਂ ਕਿਸੇ ਇੱਕ ਸਟਾਕ ਦੇ ਵਿੱਚ ਇਨਵੈਸਟ ਨਾ ਕਰ ਦਿਓ। You should have a bundle of stocks ਜਿਹਦੇ ਵਿੱਚ ਤੁਸੀਂ ਇਨਵੈਸਟ ਕਰੋ। So for example, ਤੁਸੀਂ ਇੱਕ particular amount ਦੇ ਐਪਲ ਦੇ ਸਟਾਕ ਖਰੀਦਦੇ ਹੋ। In case ਉਹ ਫਿਊਚਰ 'ਚ ਜਾ ਕੇ ਐਪਲ ਨੂੰ ਕੋਈ ਪ੍ਰੋਬਲਮ ਆਉਂਦੀਆਂ ਨੇ, ਫੰਡਾਮੈਂਟਲ ਪ੍ਰੋਬਲਮਸ ਹੁੰਦੇ ਨੇ, ਕੰਪਨੀ ਵਧੀਆ ਪਰਫਾਰਮ ਨਹੀਂ ਕਰਦੀ, ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੇ ਪੈ ਜਾਂਦੇ ਨੇ, ਉਹਨਾਂ ਦੇ ਨੈਕਸਟ ਪ੍ਰੋਡਕਟਸ ਜ਼ਿਆਦਾ ਵਧੀਆ ਨਹੀਂ ਨਿਕਲਦੇ, ਜਿਹਦੇ ਕਰਕੇ ਕੰਪਨੀ ਕਾਫੀ ਜ਼ਿਆਦਾ ਲਾਸ 'ਚ ਆ ਜਾਂਦੀ ਹੈ ਤੇ ਉਹਦੇ ਕਰਕੇ ਤੁਹਾਡਾ ਵੀ ਸਾਰਾ ਪੈਸਾ ਡੁੱਬ ਜਾਂਦਾ ਹੈ। ਦਿਸ ਇਜ਼ ਵੇਅਰ ਅ ਡਾਇਵਰਸਿਫਿਕੇਸ਼ਨ ਰੀਅਲੀ ਕਮਸ ਐਂਡ ਉਹਦੀ ਕਾਫੀ ਜ਼ਿਆਦਾ ਇੰਪੋਰਟੈਂਸ ਇੱਥੇ ਪੈਂਦੀ ਹੈ। ਸੋ ਯੂ ਸ਼ੁਡ ਆਲਵੇਜ਼ ਹੈਵ ਅ ਡਾਇਵਰਸਿਫਿਕੇਸ਼ਨ। ਤੁਹਾਡੇ ਕੋਲ ਹਮੇਸ਼ਾ ਇੱਕ ਬੰਡਲ ਆਫ ਸਟਾਕਸ ਹੋਣੇ ਚਾਹੀਦੇ ਨੇ ਅਲੱਗ-ਅਲੱਗ, ਜਿੱਥੇ ਤੁਸੀਂ ਇਨਵੈਸਟ ਕਰੋ। ਦ ਰੀਜ਼ਨ ਇਜ਼ ਅਗਰ ਇੱਕ ਕੰਪਨੀ ਦਾ ਸਟਾਕ ਥੱਲੇ ਜਾਏਗਾ, ਸੋ ਦੇਰ ਵਿਲ ਬੀ ਅਦਰ ਕੰਪਨੀਜ਼ ਜਿਨ੍ਹਾਂ ਦੇ ਸਟਾਕ ਉੱਪਰ ਜਾ ਕੇ ਉਸ ਚੀਜ਼ ਨੂੰ ਪੈਰਲਲ ਕਰਨਗੇ ਤੇ ਤੁਹਾਨੂੰ ਲਾਸ ਹੋਣ ਤੋਂ ਬਚਾਉਣਗੇ। ਸੋ ਆਫਟਰ ਆਲ ਦਿਸ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਨਾਓ ਆਈ ਐਮ ਰੈਡੀ ਟੂ ਇਨਵੈਸਟ ਇਨਟੂ ਦ ਸਟਾਕ ਮਾਰਕੀਟ, ਬਟ
ਯੂ ਡੋਂਟ ਨੋ ਕਿ ਤੁਹਾਨੂੰ ਕਿਹੜੀ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ, ਕਿ ਕਿਹੜੀ ਕੰਪਨੀ ਅੱਗੇ ਵਧੀਆ ਪਰਫਾਰਮ ਕਰੇਗੀ, ਤੇ ਜਾਂ ਫਿਰ ਕਿਹੜੀ ਕੰਪਨੀ ਦਾ ਪਾਸਟ ਪਰਫਾਰਮੈਂਸ ਜ਼ਿਆਦਾ ਵਧੀਆ ਨਹੀਂ ਰਹੀ ਜਿੱਥੋਂ ਮੈਂ ਬਚ ਕੇ ਰਵਾਂ। ਤੇ ਕਾਫੀ ਚੀਜ਼ਾਂ ਹੁੰਦੀਆਂ ਨੇ ਬਟ ਤੁਹਾਡੇ ਕੋਲ ਇੰਨੀ ਖਾਸ ਨੌਲੇਜ ਨਹੀਂ ਹੈਗੀ। ਸੋ ਐਜ਼ ਅ ਬਿਗਨਰ ਯੂ ਸ਼ੁਡ ਆਲਵੇਜ਼ ਇਨਵੈਸਟ ਇਨ ETFs ਐਂਡ ਇੰਡੈਕਸ ਫੰਡ। ਬੇਸਿਕਲੀ ETF ਹੁੰਦਾ ਕੀ ਹੈ? ETF ਇੱਕ ਹੁੰਦਾ ਹੈ ਬੰਡਲ ਆਫ ਕੰਪਨੀਜ਼ ਜਿਹੜੀ ਕਾਫੀ ਹਾਈ ਲਿਸਟਡ ਕੰਪਨੀਜ਼ ਹੁੰਦੀਆਂ ਨੇ ਇੱਕ ਪਰਟੀਕੂਲਰ ਕੰਟਰੀ ਦੇ ਵਿੱਚ। ਸੋ ਯੂ ਕੈਨ always invest in ETFs and index funds. Alright, ਹੁਣ ਜਦੋਂ ਤੁਹਾਨੂੰ ETF ਦਾ ਵੀ ਥੋੜਾ ਨੌਲੇਜ ਹੋ ਚੁੱਕੀ ਹੈ, ਤੁਹਾਨੂੰ ਪਤਾ ਲੱਗ ਚੁੱਕਿਆ ਹੈ ਕਿ ਹਨਾ ਮੈਂ ਇੰਡੈਕਸ ਫੰਡ ਦੇ ਵਿੱਚ ਵੀ ਇਨਵੈਸਟ ਕਰ ਸਕਦਾ, ETF ਦੇ ਵਿੱਚ ਵੀ ਕਰ ਸਕਦਾ ਹਾਂ, ਬਟ ਯੂ ਨੋ ਕਿ ਮੈਂ ਇਹਨਾਂ ਦੇ ਵਿਆਹ ਕਰਕੇ ਹੁਣ ਮੈਂ ਕਿਤੇ ਇੰਡੀਵਿਜੂਅਲ ਕੰਪਨੀਜ਼ ਦੇ ਵਿੱਚ ਵੀ ਇਨਵੈਸਟ ਕਰਨਾ ਚਾਹੁੰਦਾ। ਸੋ ਆਲਵੇਜ਼ go for a large cap or mid cap companies। ਆਪਾਂ ਕਿਤੇ ਨਾ ਕਿਤੇ ਇੱਥੇ ਗਲਤੀ ਕਰ ਦਿੰਦੇ ਆ, ਆਪਾਂ small cap companies ਦੇ ਉੱਤੇ ਜਾਂ penny stocks ਦੇ ਉੱਤੇ ਇਨਵੈਸਟ ਕਰਕੇ ਆਪਾਂ ਸੋਚਦੇ ਆ ਕਿ ਆਪਾਂ ਛੇਤੀ ਮਨੀ ਡਬਲ ਕਰਕੇ ਆਪਣਾ ਪੈਸਾ ਜਲਦੀ ਕਮਾਵਾਂਗੇ, ਕਿਉਂਕਿ ਬਿਗਨਰਸ ਦੇ ਮਾਈਂਡਸੈਟ 'ਚ ਹਮੇਸ਼ਾ ਇਹ ਚੀਜ਼ ਹੁੰਦੀ ਹੈ ਕਿ ਆਪਾਂ ਨੂੰ ਛੇਤੀ ਅਰਨਿੰਗ ਕਰਨੀ, ਆਪਾਂ ਛੇਤੀ ਪੈਸਾ ਕਮਾਉਣਾ ਹੈ। ਸ਼ੇਅਰ ਮਾਰਕੀਟ ਇਜ਼ ਨਾਟ ਕੁਇਕ ਮਨੀ ਸਕੀਮ। ਇੱਥੇ 10 ਦਿਨ 'ਚ 15 ਦਿਨ 'ਚ ਡਬਲ ਪੈਸਾ ਕਰਕੇ ਹੋ ਜਾਂਦਾ ਹੈ। ਚਲੋ ਠੀਕ ਹੈ, ਕੋਈ ਪੈਨੀ ਸਟਾਕ ਕਾਫੀ ਉੱਪਰ ਗਿਆ, ਕਾਫੀ ਨੀਚੇ ਵੀ ਆ ਗਿਆ, ਬਟ ਉਹ ਬਹੁਤ ਜ਼ਿਆਦਾ ਹਾਈਲੀ ਵੋਲੇਟਾਈਲ ਹੁੰਦੇ ਨੇ। ਜਿੰਨੇ ਉੱਪਰ ਜਾਂਦੇ ਨੇ ਚਾਂਸਸ ਉਨੇ ਹੀ ਜ਼ਿਆਦਾ ਹੁੰਦੇ ਨੇ ਉਹਨਾਂ ਨੇ ਥੱਲੇ ਆਉਣ ਦੇ ਵੀ। ਸੋ ਅਗਰ ਤੁਸੀਂ ਬਿਲਕੁਲ ਨਏ ਹੋ ਸਟਾਕ ਮਾਰਕੀਟ ਦੇ ਵਿੱਚ ਐਜ਼ ਅ ਬਿਗਨਰ ਹੋ, ਰੈਦਰ ਦੈਨ ਟੇਕਿੰਗ ਹਾਈ ਰਿਸਕ ਸਟਾਰਟਿੰਗ ਦੇ ਵਿੱਚ ਹੀ, ਯੂ ਸ਼ੁਡ ਆਲਵੇਜ਼ ਗੋ ਵਿਦ ਦੀ ਰੀਅਲੀ ਰੈਪੂਟਡ ਕੰਪਨੀਜ਼। ਜਿਵੇਂ ਕਾਫੀ ਰੈਪੂਟਡ ਕੰਪਨੀਜ਼ ਹੁੰਦੀਆਂ ਨੇ, ਹਾਲਾਂਕਿ ਮੈਂ ਸੁਜੈਸਟ ਨਹੀਂ ਕਰ ਰਿਹਾ, ਜਸਟ ਐਨ ਐਗਜ਼ਾਮਪਲ ਜਿਵੇਂ ਲੈ ਕੇ ਚਲੋ ਐਪਲ ਹੈ, ਵਾਲਮਾਰਟ, ਕੋਕਾ ਕੋਲਾ, ਠੀਕ ਹੈ, ਇਹਨਾਂ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਜਿਨ੍ਹਾਂ ਨੇ ਪਾਸਟ ਤੋਂ ਕਾਫੀ ਵਧੀਆ ਪਰਫਾਰਮੈਂਸ ਦਿੱਤੀ ਹੈ। ਤੇ ਰੈਦਰ ਦੈਨ ਜਸਟ ਇਨਵੈਸਟਿੰਗ ਇਨਟੂ ਪੈਨੀ ਸਟਾਕਸ, ਆਲਵੇਜ਼ ਗੋ ਫॉर ਲਾਰਜ ਕੈਪ ਔਰ ਮਿਡ ਕੈਪ ਕੰਪਨੀਜ਼। ਸੋ ਦ ਨੈਕਸਟ ਥਿੰਗ ਜਿਹੜੇ ਮੋਸਟ ਆਫ ਦ ਬਿਗਨਰਸ ਗਲਤੀ ਕਰਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਬਾਅਦ 'ਚ ਪਛਤਾਉਣਾ ਪੈਂਦਾ ਹੈ ਕਿ ਨੈਵਰ ਇਨਵੈਸਟ ਇਨਟੂ ਦੀ ਵੋਲੇਟਾਈਲ ਸਟਾਕਸ। ਮੋਸਟਲੀ ਵੋਲੇਟਾਈਲ ਸਟਾਕਸ ਕਿਹੜੇ ਹੁੰਦੇ ਨੇ? ਜ਼ਿਆਦਾਤਰ ਵੋਲੇਟਾਈਲ ਸਟਾਕ ਦੇਖੇ ਗਏ ਨੇ ਕਿ ਜਿਹੜੇ ਪੈਨੀ ਸਟਾਕਸ ਹੁੰਦੇ ਨੇ, ਜਿਹੜੇ ਕਦੇ ਬਿਲਕੁਲ ਉੱਪਰ ਉਹਨਾਂ ਦਾ ਗ੍ਰਾਫ ਜਾਏਗਾ, ਕਦੇ ਬਿਲਕੁਲ ਥੱਲੇ ਗ੍ਰਾਫ ਜਾਏਗਾ। ਉਹ ਕਾਫੀ ਵੋਲੇਟਾਈਲ ਹੁੰਦੇ ਨੇ ਕਿ ਤੁਸੀਂ ਆਪਣੀ ਕਾਫੀ ਜ਼ਿਆਦਾ ਇਨਵੈਸਟਮੈਂਟ ਵੀ ਕਰ ਦਿੰਦੇ, ਕਿਉਂਕਿ ਯੂ ਜਸਟ ਫਾਈਂਡ ਕਿ ਪੈਨੀ ਸਟਾਕ ਹੈ ਤੇ ਆਪਣਾ 10 to 20% ਦੇ ਉੱਪਰ ਜਾ ਕੇ ਰੇਸ਼ੀਓ ਤੋਂ ਤੁਸੀਂ ਇਨਵੈਸਟ ਕਰਦੇ ਹੋ, ਤਾਂ ਕਿਤੇ ਨਾ ਕਿਤੇ ਉਹ ਕੰਪਨੀ ਅਗਰ ਲਾਸ 'ਚ ਜਾਂਦੀ ਹੈ ਤਾਂ ਤੁਹਾਡਾ ਕਾਫੀ ਜ਼ਿਆਦਾ ਪੈਸਾ ਲਾਸ 'ਚ ਚਲਾ ਜਾਂਦਾ ਹੈ। ਸੋ ਨੈਵਰ ਇਨਵੈਸਟ ਇਨ ਹਾਈਲੀ ਵੋਲੇਟਾਈਲ ਸਟਾਕਸ ਇਨ ਦ ਬਿਗਿਨਿੰਗ। ਸੋ ਆਫਟਰ ਆਲ ਦਿਸ ਆਪਾਂ ਨੇ ਸਟਾਕਸ ਵੀ ਖਰੀਦ ਲਏ, ਆਪਾਂ ਨੇ ਇੰਡੈਕਸ ਫੰਡ 'ਚ ਵੀ ਇਨਵੈਸਟਮੈਂਟ ਕਰਤੀ, ਆਪਾਂ ਨੇ ਇਗਨੋਰ ਕਰਤਾ ਐਜ਼ ਅ ਬਿਗਨਰ ਕਿ ਆਪਾਂ ਨੇ ਪੈਨੀ ਸਟਾਕਸ ਦੇ ਵਿੱਚ ਨਹੀਂ ਇਨਵੈਸਟ ਕਰਨਾ ਚਾਹੀਦਾ, ਕਿਉਂਕਿ ਸਾਡੀ ਮੈਂਟੈਲਿਟੀ ਹੈਗੀ ਲੌਂਗ ਟਰਮ ਇਨਵੈਸਟਮੈਂਟ ਦੇ ਲਈ, ਕਿਉਂਕਿ ਅਸੀਂ ਇੱਕ ਵਧੀਆ ਰੀਜ਼ਨ ਹੈ ਸਾਡੇ ਕੋਲ ਇਨਵੈਸਟਮੈਂਟ ਕਰਨ ਦੇ ਲਈ। ਸੋ ਹੇਅਰ ਕਮਸ ਕਿ ਆਪਾਂ ਨੂੰ ਸਟਾਕ ਕਦੋਂ ਸੈਲ ਕਰਨਾ ਚਾਹੀਦਾ ਹੈ। ਆਲਰਾਈਟ, ਤੁਹਾਡੇ ਕੋਲ ਰੀਜ਼ਨ ਹੈਗਾ ਕਿ ਜਦੋਂ ਸਟਾਕ ਮੈਚੁਰ ਹੋਏਗਾ ਮੈਂ ਇੱਕ ਉਦੋਂ ਸੈਲ ਕਰਨਾ ਹੈ। ਦੇਅਰ ਆਰ ਸਮ ਅਦਰ ਰੀਜ਼ਨਸ ਜਿਹੜੇ ਤੁਹਾਨੂੰ ਆਪਣੇ ਮਾਈਂਡਸੈਟ ਦੇ ਵਿੱਚ ਰੱਖਣੇ ਚਾਹੀਦੇ ਨੇ ਸਟਾਕ ਨੂੰ ਸੈਲ ਕਰਨ ਲਈ। ਸੋ ਦੇਅਰ ਇਜ਼ ਅ ਥਿੰਗ, never ever touch your stock before its mature period। no matter ਅਗਰ ਤੁਹਾਡਾ ਕੋਈ ਪਰਟੀਕੂਲਰ ਸਟਾਕ ਤੁਹਾਨੂੰ ਤੁਸੀਂ 10 ਸਾਲ ਦੀ ਇਨਵੈਸਟਮੈਂਟ ਦੇ ਲਈ ਉਸ ਸਟਾਕ ਨੂੰ ਪਰਚੇਸ ਕੀਤਾ, ਤੁਸੀਂ ਹਰ ਇੱਕ ਰੈਗੂਲਰ ਇੰਟਰਵਲ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰੀ ਜਾ ਰਹੇ ਹੋ ਔਰ ਤੇ ਤੁਸੀਂ 10 ਸਾਲ ਲਈ ਇਨਵੈਸਟ ਕੀਤਾ, ਬਟ ਤੁਸੀਂ 3rd ਜਾਂ 4th ਈਅਰ ਦੇਖਦੇ ਹੋ ਕਿ ਉਹ ਤੁਹਾਨੂੰ 40% ਪ੍ਰੋਫਿਟ ਤੁਹਾਨੂੰ ਲੈ ਕੇ ਜਾ ਰਿਹਾ। ਤੁਸੀਂ ਇੱਥੇ ਉਹ ਗਲਤੀ ਨਹੀਂ ਕਰੋਗੇ ਕਿ ਆਪਣੇ ਆਪ ਨੂੰ ਥਰਸਟ 'ਚ ਪਾ ਕੇ ਤੁਸੀਂ ਉਹ ਸਟਾਕ ਯਾਨੀ ਕਿ ਸਟਾਕ ਸੈਲ ਕਰ ਦੋਗੇ ਤੇ ਪੈਸਾ ਆਪਣਾ ਲੈ ਲਓਗੇ। ਨੈਵਰ ਡੂ ਦੈਟ, ਕਿਉਂਕਿ ਤੁਸੀਂ ਇੱਕ ਰੀਜ਼ਨ ਆਪਣਾ ਐਸਟੈਬਲਿਸ਼ ਸਟਾਰਟਿੰਗ 'ਚ ਕੀਤਾ ਸੀਗਾ ਕਿ ਜਿਸ ਰੀਜ਼ਨ ਕਰਕੇ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਆਏ, ਉਸ ਰੀਜ਼ਨ ਨੂੰ ਮੇਨਟੇਨ ਕਰਕੇ ਰੱਖਿਓ, ਕਿਉਂਕਿ ਜਿਹੜੇ ਚਾਂਸਸ ਉਹਦੇ 4 ਸਾਲਾਂ ਜਾਂ 3 ਸਾਲਾਂ 'ਚ 40 ਤੋਂ 50% ਉੱਪਰ ਜਾਣ ਦੇ ਵੀ ਸੀਗੇ, ਉਹੀ ਚਾਂਸਸ ਉਹਦੇ ਹੋ ਸਕਦੇ ਨੇ ਕਿ ਉਹ 10 ਸਾਲ ਦੇ ਵਿੱਚ 100% ਗਰੋਥ ਤੁਹਾਨੂੰ ਦੇਵੇ। ਸੋ ਇਹ ਗਲਤੀ ਕਿਤੇ ਨਾ ਕਰੇ। ਸੋ ਆਲਵੇਜ਼ ਵਿਦਡਰਾ ਯੋਰ ਮਨੀ ਫਰੋਮ ਦ ਸਟਾਕ when it's matured। ਸੋ ਇਹ ਤਾਂ ਹੋ ਗਈ ਮੈਚੋਰਿਟੀ ਦੀ ਗੱਲ। ਸੋ ਦੇਰ ਇਜ਼ ਅਨਦਰ ਰੀਜ਼ਨ ਜਿੱਥੇ ਆਪਾਂ ਸਟਾਕ ਨੂੰ ਸੈਲ ਕਰ ਸਕਦੇ ਹਾਂ ਬਿਫੋਰ ਇਟਸ ਮੈਚੁਰ ਪੀਰੀਅਡ, ਜਦੋਂ ਕੋਈ ਕੰਪਨੀ ਵਧੀਆ ਪਰਫਾਰਮ ਨਹੀਂ ਕਰ ਰਹੀ। ਵਧੀਆ ਪਰਫਾਰਮੈਂਸ ਤੋਂ ਮੇਰਾ ਮਤਲਬ ਇਹ ਨਹੀਂ ਹੈਗਾ ਕਿ ਉਹਦਾ ਇੱਕ ਕੁਆਟਰ ਲਾਸ 'ਚ ਗਿਆ ਕਿ ਜਾਂ ਕੋਈ ਵੀ ਪਰਟੀਕੂਲਰ ਸ਼ਾਰਟ ਉਹਨਾਂ ਨੂੰ ਕੋਈ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਕਿ ਤੁਸੀਂ ਉਸ ਚੀਜ਼ 'ਚ ਆ ਕੇ ਆਪਣੇ ਆਪ ਨੂੰ ਸਟ੍ਰੈਸ 'ਚ ਪਾ ਕੇ ਤੁਸੀਂ ਕਾਫੀ ਹੜਬੜਾਹਟ 'ਚ ਤੁਸੀਂ ਉਸ ਕੰਪਨੀ ਦੇ ਸਟਾਕ ਨੂੰ ਸੈਲ ਕਰਤੇ। ਦੈਟਸ ਨਾਟ ਦ ਥਿੰਗ। ਅਗਰ ਕੋਈ ਕੰਪਨੀ ਇੱਕ ਕੁਆਟਰ ਨਹੀਂ ਵਧੀਆ ਪਰਫਾਰਮ ਕੀਤਾ ਜਾਂ 2 ਕੁਆਟਰ ਪਰਫਾਰਮ ਨਹੀਂ ਕੀਤੇ ਔਰ ਪਾਸ ਦੇ ਵਿੱਚੋਂ ਕਾਫੀ ਵਧੀਆ ਪਰਫਾਰਮੈਂਸ ਆ ਰਹੀ ਹੈ, ਨੈਵਰ ਐਵਰ ਸੈਲ ਦ ਸਟਾਕ ਅੰਟਿਲ ਐਂਡ ਅਨਲੈਸ ਤੁਹਾਡੇ ਕੋਲ ਇੱਕ ਪਰਟੀਕੂਲਰ ਸਪੈਸੀਫਿਕ ਰੀਜ਼ਨ ਹੈ। ਫॉर एग्जांपल इट्स जस्ट एन एग्जांपल, अगर एप्पल के प्रोडक्ट्स फ्यूचर ਦੇ ਵਿੱਚ ਨਹੀਂ ਸੈਲ ਹੁੰਦੇ, ਐਪਲ ਨੇ ਕਾਫੀ ਵਧੀਆ ਪਰਫਾਰਮ ਕੀਤਾ ਬਟ ਪਿਛਲੇ ਸਾਲ ਤੋਂ ਉਹ ਵਧੀਆ ਪਰਫਾਰਮ ਨਹੀਂ ਕਰ ਰਹੀ ਹੈ ਤੇ ਉਹਦੇ ਜਿਹੜੇ ਵੀ ਨਿਊ ਗੈਜਟਸ ਆ ਰਹੇ ਨੇ ਉਹ ਇੰਨਾ ਕੋਈ ਖਾਸ
ਕਸਟਮਰਸ ਦੇ ਵਿੱਚ ਆਪਣੀ ਛਾਪ ਨਹੀਂ ਛੋੜ ਪਾ ਰਹੇ। ਮੋਰ ਓਵਰ ਉਹਨਾਂ ਨੂੰ ਕਾਫੀ ਜ਼ਿਆਦਾ ਲੀਗਲ ਪ੍ਰੋਬਲਮਸ ਵੀ ਫੇਸ ਕਰਨੇ ਪਏ, ਫੰਡਾਮੈਂਟਲ ਪ੍ਰੋਬਲਮਸ ਵੀ ਫੇਸ ਕਰਨੇ ਪਏ ਉਹਨਾਂ ਨੂੰ, ਜਿਹਦੇ ਕਰਕੇ ਉਹਨਾਂ ਦਾ ਕਾਫੀ ਜ਼ਿਆਦਾ ਰੈਵਨਿਊ ਦੇ ਵਿੱਚ ਫਾਲ ਹੋਇਆ ਤੇ ਕਾਫੀ ਜ਼ਿਆਦਾ ਉਹਨਾਂ ਨੂੰ ਲਾਸ ਵੀ ਵੇਖਣਾ ਪਿਆ। ਤੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਕਾਫੀ ਜ਼ਿਆਦਾ ਹਾਈ ਕੰਪੀਟੀਸ਼ਨ ਮਿਲ ਰਿਹਾ ਉਹਨਾਂ ਦੇ ਕੰਪੀਟੀਟਰਸ ਤੋਂ, ਤੇ ਜਿਹਦੇ ਕਰਕੇ ਇਹਨਾਂ ਦਾ ਮਾਰਕੀਟ ਕੈਪ ਕਾਫੀ ਜ਼ਿਆਦਾ ਘਟ ਗਿਆ ਹੈ। ਕਾਫੀ ਸਾਰੇ ਰੀਜ਼ਨ ਹੋ ਸਕਦੇ ਨੇ। ਇੱਕ ਰੀਜ਼ਨ ਹੁੰਦਾ ਹੈ ਕਿ ਅਗਰ ਤੁਹਾਨੂੰ ਕਿਤੇ ਕੋਈ ਐਮਰਜੈਂਸੀ ਆ ਜਾਂਦੀ, ਕਿ ਕਾਫੀ ਜ਼ਿਆਦਾ ਹਾਈ ਐਮਰਜੈਂਸੀ ਹੈ ਤੁਹਾਡੇ ਪਰਸਨਲ ਲਾਈਫ ਦੇ ਵਿੱਚ, ਤਾਂ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕਾਫੀ ਜ਼ਿਆਦਾ ਪੈਸੇ ਦੀ ਲੋੜ ਹੈ, ਮੇਕ ਸ਼ੋਰ ਤੁਸੀਂ ਉਦੋਂ ਆਪਣਾ ਸਟਾਕ ਸੈਲ ਕਰ ਸਕਦੇ ਹੋ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਕਾਫੀ ਇਨਫੋਰਮੇਟਿਵ ਲੱਗੀ ਹੋਏਗੀ। ਮੈਂ ਬਿਲਕੁਲ ਸਾਰੇ ਉਹ ਰੀਜ਼ਨਸ ਦੱਸੇ ਨੇ ਕਿ ਜਿਹੜੇ ਐਜ਼ ਅ ਬਿਗਨਰ ਇੱਕ ਸਟਾਕ ਮਾਰਕੀਟ ਦੇ ਵਿੱਚ ਹਰ ਇੱਕ ਇਨਸਾਨ ਨੂੰ ਫੋਲੋ ਕਰਨੇ ਚਾਹੀਦੇ ਨੇ। ਕਾਫੀ ਲੋਕੀ ਇਹ ਗਲਤੀਆਂ ਕਰਦੇ ਨੇ, ਕਾਫੀ ਮੈਚੁਰ ਪੀਰੀਅਡ ਤੋਂ ਪਹਿਲਾਂ ਸੈਲ ਕਰ ਦਿੰਦੇ ਨੇ। ਕਾਫੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਸਟਾਕ ਦੇ ਵਿੱਚ ਇਨਵੈਸਟ ਕਰੀਏ। ਉਹ ਸਟਾਰਟਿੰਗ ਦੇ ਵਿੱਚ ਹੀ ਕਾਫੀ ਜ਼ਿਆਦਾ ਵੈਲਿਊ ਆਪਣੀ ਪੈਨੀ ਸਟਾਕਸ ਦੇ ਵਿੱਚ ਪਾ ਦਿੰਦੇ ਨੇ ਤੇ ਉਹਨਾਂ ਨੂੰ ਕਾਫੀ ਲਾਸ ਵੀ ਫੇਸ ਕਰਨੇ ਪੈਂਦੇ ਨੇ, ਕਿਉਂਕਿ ਹਾਈਲੀ ਵੋਲੇਟਾਈਲ ਹੁੰਦੇ ਨੇ। ਇਨਵੈਸਟਮੈਂਟ ਉਹਨਾਂ ਦੀ ਲੌਂਗ ਟਰਮ ਬੇਸਿਸ ਤੇ ਹੁੰਦੀ, ਕਿਉਂਕਿ ਉਹ ਲੌਂਗ ਟਰਮ ਇਨਵੈਸਟ ਕਰਨਾ ਚਾਹੁੰਦੇ ਨੇ, ਪਰ ਕਿਤੇ ਨਾ ਕਿਤੇ ਲਾਲਚ ਆ ਕੇ ਉਹ ਪੈਨੀ ਸਟਾਕ 'ਚ ਜਾਂ ਕਿਸੇ ਸਮਾਲ ਕੈਪ ਕੰਪਨੀ 'ਚ ਇਨਵੈਸਟ ਕਰ ਦਿੰਦੇ ਨੇ ਤੇ ਉਹਨਾਂ ਨੂੰ ਕਾਫੀ ਲਾਸ ਵੀ ਫੇਸ ਕਰਨਾ ਪੈ ਜਾਂਦਾ ਹੈ। ਤੇ ਫਿਰ ਬਾਅਦ 'ਚ ਉਹ ਨਾਲ ਆਉਂਦੇ ਨੇ ਕਿ ਸਟਾਕ ਮਾਰਕੀਟ ਇੱਕ ਗੈਮਲਿੰਗ ਹੈ। ਬੇਸਿਕਲੀ ਇਹ ਹਮੇਸ਼ਾ ਮਾਈਂਡਸੈਟ ਦੀ ਗੇਮ ਹੁੰਦੀ ਹੈ। ਆਪਾਂ ਨੂੰ ਆਪਣੇ ਮਾਈਂਡਸੈਟ ਦੇ ਨਾਲ ਹੀ ਲੜਾਈ ਕਰਨੀ ਪੈਂਦੀ ਹੈ। ਜਿੱਥੇ ਆਪਾਂ ਆਪਣੇ ਮਾਈਂਡਸੈਟ ਦੇ ਨਾਲ ਹਾਰ ਜਾਂਦੇ ਆ, ਉੱਥੇ ਹੀ ਆਪਾਂ ਸਟਾਕ ਮਾਰਕੀਟ ਦੇ ਵਿੱਚ ਵੀ ਹਾਰ ਜਾਂਦੇ ਆ। ਸੋ ਬੇਸਿਕਲੀ ਆਲਵੇਜ਼ ਕੀਪ ਦਿਸ ਥਿੰਗਸ ਇਨ ਮਾਈਂਡ। ਆਪਣੇ ਆਪ ਨੂੰ ਸਟਾਕ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਚੀਜ਼ਾਂ ਆਪਣੇ ਦਿਮਾਗ 'ਚ ਜ਼ਰੂਰ ਰੱਖਿਓ, ਬਿਕੋਜ਼ ਕਿਤੇ ਨਾ ਕਿਤੇ ਜੇ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਹੋਣਗੀਆਂ ਤਾਂ ਤੁਸੀਂ ਮੈਂਟਲੀ ਪਹਿਲਾਂ ਹੀ ਸਟਰੋਂਗ ਹੋਵੋਗੇ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਲਈ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਮੇਕ ਸ਼ੋਰ ਟੂ ਸਬਸਕ੍ਰਾਈਬ ਐਂਡ ਲਾਈਕ ਦਿਸ ਵੀਡੀਓ।